ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਬਿਖੈ ਬਨ ਫੀਕਾ ਤਿਆਗ ਰੀ ਸਖੀਏ। ਨਾਮ ਮਹਾ ਰਸ ਪੀਓ। ਬਿਨ ਰਸ ਚਾਖੈ ਬੁੱਢ ਗਈ ਸਗਲੀ। ਸੁਖੀ ਨਾ ਹੋਵਤ ਜੀਓ। ਮਾਨ ਮਹਤ ਨਾ ਸਕਤ ਹਿਕਾਈ। ਸਦਾ ਦਾਸੀ ਥਿਓ। ਨਾਨਕ ਸੇ ਦਰ ਸੋਭਾਵੰਤੇ। ਜੋ ਪ੍ਰਭ ਆਪਣੇ ਕੀਓ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਹੋਵੈ ਸਿਫਤ ਖੁਸਾਮਦੀ। ਨੂਰ ਅਰਸਹ ਕੁਰਸਹ ਤੋਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ। ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕੇ ਨਹੀਂ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡੋ। ਅਨੇਕ ਵਿਧੀ ਸਮਝਾਵਹੁ।
ਆਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੋਹੇਲੇ, ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੋਹੇਲੇ, ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ, ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਰਸ ਕੋ ਗੰਢ ਚੂਸੀਐ, ਗੁਣ ਕਉ ਮਰੀਐ ਰੋਏ, ਆਵ ਗੁਨਿਆਰੇ ਮਾਨਸੈ, ਭਲੋ ਨਾ ਕਹਿ ਕੋਏ, ਕਬੀਰ ਰਸ ਕੋ ਗੰਢ ਚੂਸੀਐ, ਗੁਣ ਕਉ ਮਰੀਐ ਰੋਏ, ਆਵ ਗੁਣਿਆਰੇ ਮਾਨਸੈ, ਭਲੋ ਨ ਕਹਿ ਕੋਏ, ਕਬੀਰ ਗਾਗਰ ਜਲ ਭਰੀ, ਆਜ ਕਾਲ ਜਹ ਫੂਟ, ਗੁਰ ਜੋ ਨਾ ਚੇਤਹਿ ਆਪਨ, ਆਦ ਮਾਜ ਲੀਜਹਿਗੇ ਲੂਟ, ਕਬੀਰ ਕੁਕਰ ਰਾਮ ਕੋ, ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹ ਜਾਓ, ਕਬੀਰ ਕੁਕਰ ਰਾਮ ਕੋ, ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੈ ਖਿੰਚੈ ਤਹ ਜਾਓ। ਪਰਮ ਸਨਮਾਨਯੋਗ
ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ। ਹਜ਼ੂਰ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡ ਭਾਗੇ ਹਾਂ ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਸ਼ਲੋਕਾਂ ਦੀ ਵਿਚਾਰ ਆਪ ਜੀ ਸਰਵਣ ਕਰਨਾ ਕਰ ਰਹੇ ਹੋ। ਅੱਜ ਦੇ ਪਾਵਨ ਬਚਨਾਂ ਦੇ ਅੰਦਰ ਭਗਤ ਕਬੀਰ ਸਾਹਿਬ ਜੀਆਂ ਨੇ ਜੋ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਡੀ ਝੋਲੀ ਦੇ ਵਿੱਚ ਉਪਦੇਸ਼ ਪਾਇਆ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਇੱਕ ਗੰਨਾ ਆਪਣਾ ਆਪ ਗਵਾ ਕੇ ਉਹਦੇ ਵਿੱਚੋਂ ਕੋਲੂ ਵਾਲਾ ਰਸ ਕੱਢ ਲੈਂਦਾ ਏ, ਇਸੇ ਤਰ੍ਹਾਂ ਸਰੀਰ ਦੇ ਅੰਦਰ ਪ੍ਰਮਾਤਮਾ ਰੂਪੀ ਉਹਦੇ ਨਾਮ ਦਾ ਰਸ ਹੈ ਤੇ ਇਸ ਰਸ ਨੂੰ ਕਹਿੰਦੇ ਨੇ ਕਿ ਆਪਣੇ ਹਿਰਦੇ ਦੇ ਵਿੱਚੋਂ ਭਾਈ ਤੂੰ ਵੇਖਣਾ ਕਰਕੇ ਪ੍ਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰਸ ਕੋ ਗੰਢ ਚੂਸੀਐ, ਗੁਣ ਕਉ ਮਰੀਐ ਰੋਏ। ਹੁਣ ਕਹਿੰਦੇ ਜਿਵੇਂ ਇੱਕ ਗੰਨਾ ਏ, ਉਹਦੇ ਰਸ ਨੂੰ ਕੋਲੂ ਦੇ ਵਿੱਚ, ਗੰਨੇ ਨੂੰ ਕੋਲੂ ਦੇ ਵਿੱਚ ਪੀੜਿਆ ਜਾਂਦਾ ਏ, ਉਹਦੇ ਵਿੱਚੋਂ ਰਸ ਕੱਢਿਆ ਜਾਂਦਾ ਏ। ਗੰਨਾ ਆਪਣੀ ਹੋਂਦ ਨੂੰ ਮੁਕਾ ਲੈਂਦਾ ਏ, ਉਹਦੀ ਹੋਂਦ ਖਤਮ ਹੋ ਜਾਂਦੀ ਹੈ ਤੇ ਉਹਦੇ ਵਿੱਚੋਂ ਰਸ ਜਿਹੜਾ ਏ ਉਹ ਪ੍ਰਾਪਤ ਹੁੰਦਾ ਏ। ਹੁਣ ਕਹਿੰਦੇ ਰਸ ਪੀਣ ਵਾਲੇ ਨੇ ਰਸ ਪੀ ਲਿਆ, ਪਰ ਗੰਨੇ ਨੂੰ ਜਿੰਨੀ ਤਕਲੀਫ ਹੋਈ ਜਾਂ ਇਉਂ ਕਹਿ ਲਓ ਜਿੰਨੇ ਉਹਦੇ ਸਰੀਰ ਦੇ ਉੱਤੇ ਜਿੰਨੇ ਉਹਨੇ ਕਸ਼ਟ ਝੱਲੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬਿਲਕੁਲ ਸਜਣਾ ਕਬੀਰ ਰਸ ਕੋ ਗੰਢ ਚੂਸੀਐ। ਚੂਸਣ ਵਾਲੇ ਨੇ ਭਾਵ ਰਸ ਖਰੀਦਣ ਵਾਲੇ ਨੇ ਰਸ ਖਰੀਦ ਲਿਆ, ਪਰ ਉਹਨੇ ਗੰਨੇ ਵੱਲ ਪਰਤ ਕੇ ਨਹੀਂ ਵੇਖਿਆ ਕਿ ਕਿਵੇਂ ਆਪਣੇ ਆਪ ਨੂੰ ਮੁਕਾ ਕੇ ਉਹਦੇ ਵਿੱਚੋਂ ਰਸ ਜਿਹੜਾ ਉਹ ਆਇਆ ਹੈ। ਗੁਣ ਕੋ ਮਰੀਏ ਰੋਏ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਆਪਣੇ ਅੰਦਰ ਤੂੰ ਗੁਣ ਨੂੰ ਵੀ ਪਛਾਣਨਾ ਕਰ। ਜਿਵੇਂ ਉਸ ਗੰਨੇ ਦੇ ਵਿੱਚੋਂ ਰਸ ਨਿਕਲਿਆ ਏ, ਆਪਣੇ ਇਸ ਸਰੀਰ ਦੇ ਵਿੱਚੋਂ ਤੂੰ ਵਿਕਾਰ ਜਿਹੜੇ ਨੇ ਇਹਨਾਂ ਨੂੰ ਛੱਡਣਾ ਕਰ। ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਪਣੇ ਹਿਰਦੇ ਵਿੱਚ ਧਾਰਨ ਕਰ। ਅਵਗੁਣ ਯਾਰੈ ਮਾਨਸੈ, ਭਲੋ ਨਾ ਕਹੇ ਕੋਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਕੋਈ ਭਗਤੀ ਕਰ ਰਿਹਾ ਨਾ, ਪਰਮਾਤਮਾ ਦਾ ਨਾਮ ਜਪ ਰਿਹਾ ਏ, ਦੂਜੇ ਉਹਦਾ ਮਜ਼ਾਕ ਉਡਾਉਂਦੇ ਨੇ, ਦੂਜੇ ਉਹ ਕਹਿੰਦੇ ਇਹ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਏ, ਇਹਦੀ ਉਮਰ ਅਜੇ ਪਰਿਵਾਰ ਦੇ ਵਿੱਚ ਰਹਿਣ ਵਾਲੀ ਹੈ। ਕਿਸੇ ਨੂੰ ਤੁਸੀਂ ਕਹੋ ਨਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾ, ਵਾਹਿਗੁਰੂ ਦੀ ਬੰਦਗੀ ਕਰਿਆ ਕਰ ਭਾਈ, ਮਨੁੱਖਾ ਜਨਮ ਬੜਾ ਥੋੜਾ ਏ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਉਹ ਕਵੇਗਾ ਅਜੇ ਜ਼ਿੰਦਗੀ ਬਹੁਤ ਹੈ, ਜਪ ਲਵਾਂਗੇ। ਜਦੋਂ ਮਨ ਕੀਤਾ ਉਦੋਂ ਜਪ ਲਿਆ,
ਅਸਲ ਦੇ ਵਿੱਚ ਜਦੋਂ ਇਨਸਾਨ ਦੇ ਉੱਤੇ ਕੋਈ ਵਿਪਤਾ ਬਣਦੀ ਹੈ, ਜਦੋਂ ਆਪ ਨੂੰ ਪਰੇਸ਼ਾਨੀ ਬਣਦੀ ਹੈ, ਕਹਿੰਦੇ ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ। ਵੈਸੇ ਇਸਲਾਮ ਧਰਮ ਨੂੰ ਪੜ੍ਹੀਏ ਨਾ, ਉਹਨਾਂ ਦੇ ਧਰਮ ਦਾ ਇਹ ਅਸੂਲ ਹੈ, ਸ਼ਰ੍ਹਾ ਹੈ ਉਹਨਾਂ ਦੀ, ਕਿ ਖੁਦਾ ਨੂੰ ਬਿਨਾਂ ਲੋੜ ਤੋਂ ਤੁਸੀਂ ਯਾਦ ਕਰੋਗੇ ਤੇ ਤੁਸੀਂ ਕਾਫਰ ਮੰਨੇ ਜਾਓਗੇ, ਕਾਫਰ। ਹੁਣ ਉਹ ਇਹ ਸਮਝ ਕੇ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਅੱਲਾਹ ਤਾਲਾ ਦਾ ਨਾਮ ਜਪਦੇ ਨੇ। ਉਹ ਕਹਿੰਦੇ ਪਤਾ ਨਹੀਂ ਕਿ ਅੱਲਾਹ ਤਾਲਾ ਦੀ ਕਿਸ ਵੇਲੇ ਲੋੜ ਪੈ ਜਾਵੇ, ਤਾਂ ਕਰਕੇ ਅਸੀਂ ਅੱਲਾਹ ਤਾਲਾ ਨੂੰ ਯਾਦ ਕਰਦੇ ਹਾਂ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਪ੍ਰਮਾਤਮਾ ਦਾ ਨਾਮ ਤੇ ਦਿਨ ਰਾਤ ਹੀ ਜਪਣਾ ਚਾਹੀਦਾ ਹੈ। ਦਿਨ ਹੋਵੇ ਰਾਤ ਹੋਵੇ, ਕਹਿੰਦੇ ਹਰ ਵਕਤ ਪਰਮਾਤਮਾ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਉਣਾ ਚਾਹੀਦਾ ਹੈ। ਧਿਆਉਣ ਦੇ ਨਾਲ ਕੀ ਹੋਵੇਗਾ? ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ। ਕਹਿੰਦੇ ਫਿਰ ਉਹਦਾ ਸੁਖਾਲਾ ਸਰੀਰ, ਸੁਖਾਲਾ ਸੰਸਾਰ ਹੋ ਜਾਵੇਗਾ। ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ। ਫਿਰ ਉਹਦੀਆਂ ਚਿੰਤਾਵਾਂ, ਡਰ, ਭਰਮ ਸਾਰੇ ਦੂਰ ਹੋ ਜਾਣਗੇ। ਜਾਂ ਐਸੇ ਬੁਝੀਆ, ਇਸ ਤਰ੍ਹਾਂ ਦਾ ਗਿਆਨ ਕਹਿੰਦੇ ਨੇ ਕਿ ਗੁਰੂ ਨੇ ਦਿੱਤਾ ਹੈ। ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਦੋਂ ਕੰਮ ਪੈ ਜਾਵੇ, ਸਰੀਰ ਤੇ ਵਿਪਤਾ ਬਣ ਜਾਵੇ, ਫਿਰ ਕਹਿੰਦੇ ਭਾਈ ਪਰਮਾਤਮਾ ਜੀ ਦਾ ਨਾਮ ਜਪਿਆ ਜਾਵੇ ਤੇ ਚੰਗੀ ਗੱਲ ਹੈ। ਅੰਤ ਸਮਾਂ ਆ ਜਾਂਦਾ ਹੈ, ਇਨਸਾਨ ਕੋ ਉਹ ਚਾਹੁੰਦਾ ਤੇ ਹੈ ਕਿ ਮੈਂ ਪਰਮਾਤਮਾ ਦਾ ਨਾਮ ਜਪਾਂ, ਪਰ ਅੰਤਲੇ ਸਮੇਂ ਮੂੰਹ ਦੇ ਵਿੱਚੋਂ ਵਾਹਿਗੁਰੂ ਨਹੀਂ ਨਿਕਲਦਾ। ਫਿਰ ਇਹ ਖਿਆਲ ਆਉਂਦਾ ਹੈ, ਇਨਸਾਨ ਇਹ ਕਹਿੰਦਾ ਹੈ ਕਿ ਮੇਰੀ ਧੀ ਨੂੰ ਮਿਲਾ ਦਿੱਤਾ ਜਾਵੇ, ਮੇਰੇ ਪੁੱਤ ਨੂੰ ਮਿਲਾ ਦਿੱਤਾ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਬਚਨ ਕਰਦੇ ਸੱਜਣਾ, ਜੇਕਰ ਸਮਾਂ ਰਹਿੰਦਿਆਂ ਹੋਇਆਂ ਤੂੰ ਆਪਣੀ ਫਸਲ ਦੀ ਰਾਖੀ ਕਰ ਲੈਂਦਾ ਤੇ ਫਿਰ ਤੇਰੀ ਫਸਲ ਨੂੰ ਉਜਾੜਨਾ ਕਿਸੇ ਨਹੀਂ ਸੀ। ਕਿਉਂਕਿ ਕਿਸਾਨ ਨੂੰ ਪਤਾ ਹੁੰਦਾ ਏ ਕਿ ਮੈਂ ਜੇਕਰ ਫਸਲ ਬੀਜੀ ਹੈ ਤੇ ਇਸ ਫਸਲ ਦੀ ਰਾਖੀ ਵੀ ਮੈਂ ਖੁਦ ਕਰਨੀ ਹੈ। ਹੁਣ ਕੋਈ ਕਿਸਾਨ ਕਵੇ ਜ਼ਮੀਨ ਚੰਗੀ ਤਰ੍ਹਾਂ ਵਾਹੀ ਹੋਵੇ, ਸਪਰੇਅ ਕਰੀ ਜਾਵੇ, ਪਾਣੀ ਲਾਈ ਜਾਵੇ, ਜਦੋਂ ਬਾਕੀਆਂ ਦੀ ਫਸਲ ਪੱਕੀ ਉਸ ਸਮੇਂ ਜਾ ਕੇ ਵੇਖੇ ਉਸ ਜ਼ਮੀਨ ਦੇ ਵਿੱਚ ਫਸਲ ਨਹੀਂ, ਸਗੋਂ ਨਾਦੀਨ ਪੈਦਾ ਹੋਇਆ ਹੈ, ਸਗੋਂ ਘਾਹ ਪੈਦਾ ਹੋਇਆ ਹੈ। ਅਸਲ ਦੇ ਵਿੱਚ ਸਾਰਾ ਕੁਝ ਕੀਤਾ, ਜ਼ਮੀਨ ਨੂੰ ਵਾਹਿਆ ਵੀ ਚੰਗੀ ਤਰ੍ਹਾਂ, ਜ਼ਮੀਨ ਦੇ ਵਿੱਚ ਖਾਦ ਵੀ ਪਾਈ, ਪਰ ਉਹ ਕਿਸਾਨ ਨੇ ਬੀਜ ਨਹੀਂ ਪਾਇਆ ਜਿਸ ਤੋਂ ਫਸਲ ਪੈਦਾ ਹੋਣੀ ਸੀ, ਤਿਆਰ ਹੋਣੀ ਸੀ। ਸਤਿਗੁਰੂ ਜੀ ਕਹਿੰਦੇ ਸੱਜਣਾ ਤੂੰ ਇਸ ਸਰੀਰ ਰੂਪੀ ਸੰਸਾਰ ਦੇ ਵਿੱਚ, ਭਾਵ ਕਿ ਸਰੀਰ ਰੂਪੀ ਖੇਤ ਦੇ ਵਿੱਚ ਸਾਰਾ ਕੁਝ ਕਰ ਰਿਹਾ ਹੈ, ਪਰ ਇਸ ਅੰਦਰ ਪਰਮਾਤਮਾ ਦਾ ਨਾਮ ਦਾ ਬੀਜ ਜਿਹੜਾ ਸੀ ਉਹ ਨਹੀਂ ਤੂੰ ਬੋਲ ਰਿਹਾ, ਉਹਨੂੰ ਬੋਣਾ ਚਾਹੀਦਾ ਸੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਵਗੁਣਿਆਰੇ ਮਾਨਸ ਹੈ। ਅਵਗੁਣਿਆਰਾ ਉਹ ਜਿਹਦੇ ਵਿੱਚ ਕੋਈ ਗੁਣ ਨਹੀਂ, ਕੋਈ ਚੰਗਾ ਕੰਮ ਨਹੀਂ, ਕੋਈ ਭਲੇ ਦਾ ਕੰਮ ਨਹੀਂ। ਅਵਗੁਣਿਆਰੇ ਮਾਨਸ ਹੈ, ਭਲੋ ਨਾ ਕਹੇ ਹੈ ਕੋਈ। ਕਹਿੰਦੇ ਜਿਹੜੇ ਖੁਦ ਅਵਗੁਣਾਂ ਦੇ ਭਰੇ ਹੋਣ ਉਹ ਕਿਸੇ ਨੂੰ ਕਿਵੇਂ ਕਹਿ ਸਕਦੇ ਨੇ ਕਿ ਇਹ ਬੰਦਾ ਬਹੁਤ ਚੰਗਾ ਹੈ। ਕਿਉਂਕਿ ਇਨਸਾਨ ਦੀ ਇਹ ਫਿਤਰਤ ਹੈ, ਜਿਵੇਂ ਉਹ ਆਪਣੇ ਆਪ ਨੂੰ ਜਾਣਦਾ ਏ, ਉਹ ਸੋਚਦਾ ਹੈ ਕਿ ਦੂਜਾ ਵੀ ਬਿਲਕੁਲ ਮੇਰੀ ਤਰ੍ਹਾਂ ਹੈ, ਕਿ ਦੂਜਾ ਵੀ ਹੋ ਸਕਦਾ ਕਿ ਬਿਲਕੁਲ ਮੇਰੀ ਤਰ੍ਹਾਂ ਹੋਵੇ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਵਗੁਣਿਆਰੇ ਮਾਨਸ ਹੈ, ਜਿਹੜੇ ਗੁਣਾਂ ਤੋਂ ਸਖਣੇ ਨੇ, ਅਵਗੁਣਿਆਰੇ ਨੇ, ਜਿਨ੍ਹਾਂ ਦੇ ਵਿੱਚ ਗੁਣ ਹੀ ਨਹੀਂ ਕੋਈ। ਮਾਨਸ ਹੈ ਦਾ ਭਾਵ ਹੈ ਕਿ ਮਨੁੱਖ ਭਲੋ ਨਾ ਕਹੇ ਹੈ ਕੋਈ, ਉਹ ਕਿਸੇ ਨੂੰ ਭਲਾ ਨਹੀਂ ਕਹਿੰਦੇ। ਪਰ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਸਭ ਤੇ ਹਮ ਬੁਰੇ। ਕਹਿੰਦੇ ਨੇ ਕਿ ਅਸੀਂ ਸਾਰਿਆਂ ਤੋਂ ਬੁਰੇ ਹਾਂ, ਸਾਰਿਆਂ ਤੋਂ ਨੀਵੇਂ ਹਾਂ,
ਸਾਰਿਆਂ ਨੂੰ ਅਸੀਂ ਉੱਚਾ ਗਿਣਦੇ ਹਾਂ। ਹਾਮ ਤਜ ਭਲੋ ਸਭ ਕੋਏ, ਕਹਿੰਦੇ ਸਾਨੂੰ ਤਜ ਕੇ, ਤਜਨ ਤੋਂ ਭਾਵ ਕੇ ਛੱਡ ਕੇ, ਭਲੋ ਸਭ ਕੋਏ, ਕਿ ਸਾਰੇ ਹੀ ਭਲੇ ਨੇ, ਸਾਰੇ ਹੀ ਚੰਗੇ ਨੇ। ਇਹ ਨਿਸ਼ਾਨੀ ਗੁਰਮੁਖ ਦੀ ਹੈ। ਇਹ ਨਿਸ਼ਾਨੀ ਉਸ ਦੀ ਹੈ ਜਿਹਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਲਿਆ ਏ, ਸਮਾਇਆ ਹੋਇਆ ਏ। ਉਹ ਕਹਿੰਦਾ ਏ ਕਿ ਸੰਸਾਰ ਚੰਗਾ ਏ, ਮੈਂ ਬੁਰਾ ਏ, ਸੰਸਾਰ ਭਲਾ ਏ, ਮੈਂ ਬੁਰਾ ਏ। ਪਰ ਅੱਜ ਤੱਕ ਕਿਸੇ ਨੇ ਸੰਸਾਰ ਦੇ ਵਿੱਚ ਕਿਸੇ ਮਨੁੱਖ ਨੇ ਆਖਿਆ ਕਿ ਮੇਰੇ ਕਰਮ ਚੰਗੇ ਨਹੀਂ, ਮੈਂ ਖੁਦ ਚੰਗਾ ਨਹੀਂ, ਸਗੋਂ ਕਵੇਗਾ ਕਿ ਉਹ ਫਲਾਣਾ ਬੰਦਾ ਚੰਗਾ ਨਹੀਂ। ਇਹ ਕਹਿੰਦੇ ਜ਼ਰੂਰ ਵੇਖੇ ਹੋਣਗੇ। ਬਾਬਾ ਕਬੀਰ ਸਾਹਿਬ ਜੀ ਵੀ ਕਹਿ ਰਹੇ ਨੇ, ਅਵਗੁਣ ਯਾਰੈ ਮਾਨਸੈ ਭਲੋ ਨਾ ਕਹੈ ਕੋਈ। ਇਸ ਅਵਗੁਣ ਯਾਰੇ ਮਨੁੱਖ ਨੇ ਕਹਿੰਦੇ ਕਿਸੇ ਨੂੰ ਵੀ ਭਲਾ ਨਹੀਂ ਕਿਹਾ। ਕਬੀਰ ਗਾਗਰ ਜਲ ਭਰੇ ਆਜ ਕਾਲ ਜਹ ਫੂਟ। ਹੁਣ ਮਿੱਟੀ ਦੀ ਗਾਗਰ ਹੈ, ਉਸ ਗਾਗਰ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮਿੱਟੀ ਦਾ ਭਾਂਡਾ ਕਦੇ ਬਹੁਤ ਜ਼ਿਆਦਾ ਚਿਰ ਉਹਨੂੰ ਤੁਸੀਂ ਰੱਖ ਨਹੀਂ ਸਕਦੇ, ਪਾਣੀ ਪਾ ਕੇ ਨਹੀਂ ਉਹਦੇ ਵਿੱਚ ਰੱਖ ਸਕਦੇ। ਕਬੀਰ ਗਾਗਰ ਜਲ ਭਰੀ, ਜਲ ਦੀ ਭਰੀ ਹੋਈ ਕਹਿੰਦੇ ਮਿੱਟੀ ਦੀ ਗਾਗਰ ਭਰ ਕੇ ਰੱਖ ਦਿੱਤੀ। ਆਜ ਕਾਲ ਜਹ ਫੂਟ, ਅੱਜ ਨਹੀਂ ਤੇ ਕੱਲ ਕਹਿੰਦੇ ਉਹਨੇ ਫੁੱਟ ਜਾਣਾ ਹੈ, ਟੁੱਟ ਜਾਣਾ ਹੈ। ਕਿਉਂ? ਕਿਉਂਕਿ ਮਿੱਟੀ ਖੁਰ ਰਹੀ ਹੈ। ਦਿਨ ਪ੍ਰਤੀ ਦਿਨ ਮਿੱਟੀ ਉਸ ਪਾਣੀ ਦੇ ਵਿੱਚ ਪਾਓ, ਪਾਣੀ ਮਿੱਟੀ ਨੂੰ ਖੋਰ ਰਿਹਾ ਹੈ। ਹੁਣ ਇਸ ਉਦਾਹਰਣ ਬਾਹਰੀ ਤੌਰ ਤੇ ਹੈ, ਸਮਝਾਇਆ ਇਸ ਸਰੀਰ ਨੂੰ ਹੈ, ਮਨ ਨੂੰ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਗਾਗਰ ਜਿਹੜੀ ਇਹ ਸਰੀਰ ਹੈ, ਇਹਦੇ ਵਿੱਚ ਜਲ ਕੀ ਭਰਿਆ ਹੈ, ਪਾਣੀ ਕੀ ਹੈ? ਇਹਦੇ ਵਿੱਚ ਹਉਮੈ ਪਾਣੀ, ਮੈਂ ਮੇਰੀ ਪਾਣੀ, ਈਰਖਾ ਦਵੈਤ ਭਾਵਨਾ ਇਹ ਪਾਣੀ ਹੈ, ਅੰਦਰੋਂ ਖੋਖਲਾ ਕਰ ਰਹੇ ਨੇ ਇਹਨੂੰ। ਆਜ ਕਾਲ ਜਹ ਫੂਟ, ਕਹਿੰਦੇ ਅੱਜ ਨਹੀਂ ਤੇ ਕੱਲ ਇਹ ਮਿੱਟੀ ਦੇ ਸਰੀਰ ਨੇ, ਇਹ ਮਿੱਟੀ ਦੇ ਭਾਂਡੇ ਨੇ, ਫੁੱਟ ਜਾਣਾ ਹੈ, ਟੁੱਟ ਜਾਣਾ ਹੈ। ਸਾਹ ਜਿਹੜੇ ਨੇ ਇਹਨਾਂ ਦਾ ਪਤਾ ਨਹੀਂ ਕਿਸ ਵੇਲੇ ਰੁਕ ਜਾਣ। ਇਸ ਕਰਕੇ ਗੁਰ ਜੋ ਨਾ ਚੇਤਹਿ ਆਪਨੋ ਅਧ ਮਾਜ ਲੀਜਹਿਗੇ ਲੂਟ। ਹੁਣ ਰਸਤੇ ਦੇ ਵਿੱਚ ਕੋਈ ਜਾ ਰਿਹਾ ਹੋਵੇ, ਉਹਨੂੰ ਕੋਈ ਚੋਰ ਪੈ ਜਾਏ, ਡਾਕੂ ਪੈ ਜਾਏ, ਲੁਟੇਰਾ ਪੈ ਜਾਏ, ਉਹ ਇਹੀ ਸਮਝੇਗਾ ਕਿ ਮੈਂ ਆਪਣੇ ਸਰੀਰ ਨੂੰ ਬਚਾ ਲਾਂ, ਮੈਂ ਆਪਣੇ ਤਨ ਨੂੰ ਬਚਾ ਲਾਂ। ਜੇ ਕੋਈ ਲੁੱਟਿਆ ਗਿਆ, ਉਹ ਇਹ ਸੋਚੇਗਾ ਪੈਸੇ ਲੁੱਟੇ ਜਾਣ, ਕੋਈ ਗੱਲ ਨਹੀਂ, ਸਰੀਰ ਬਚ ਜਾਵੇ। ਅਸਲ ਦੇ ਵਿੱਚ ਇਨਸਾਨ ਸੋਚਦਾ ਹੈ ਕਿ ਪੈਸਾ ਹੀ ਸਭ ਕੁਝ ਹੈ, ਪੈਸੇ ਦੇ ਨਾਲ ਮੈਂ ਸਭ ਕੁਝ ਖਰੀਦ ਸਕਦਾ, ਪੈਸੇ ਦੇ ਨਾਲ ਮੈਂ ਵੱਡੀਆਂ ਵੱਡੀਆਂ ਇਮਾਰਤਾਂ ਖਰੀਦ ਸਕਦਾ, ਪੈਸੇ ਦੇ ਨਾਲ ਮੈਂ ਸ਼ਾਹੂਕਾਰ ਬਣ ਸਕਦਾ। ਪਰ ਪੈਸਾ ਕੁਛ ਨਹੀਂ। ਕਿਉਂ? ਕਿਉਂਕਿ ਜਦੋਂ ਸਰੀਰ ਤੇ ਆਣ ਬਣਦੀ ਹੈ, ਵੱਡੇ ਵੱਡੇ ਹਸਪੀਟਲਾਂ ਦੇ ਡਾਕਟਰ ਜਿਹੜੇ ਨੇ, ਉਹਨਾਂ ਨੂੰ ਫਿਰ ਇਨਸਾਨ ਇਹ ਕਹਿੰਦਾ ਏ ਜਿੰਨਾ ਪੈਸਾ ਲੱਗੇ ਮੈਂ ਦੇਣ ਨੂੰ ਤਿਆਰ ਹਾਂ, ਇਹ ਜਿੰਦ ਬਚਣੀ ਚਾਹੀਦੀ ਹੈ, ਜਾਨ ਬਚਣੀ ਚਾਹੀਦੀ ਹੈ। ਇਹਦਾ ਮਤਲਬ ਕਿ ਪੈਸੇ ਤੋਂ ਉੱਪਰ ਵੀ ਹੈ ਕੋਈ, ਉਹ ਹੈ ਜਾਨ, ਜਿੰਦ। ਪਰ ਜਿੰਦ ਵੀ ਸਭ ਕੁਝ ਨਹੀਂ, ਜਾਨ ਵੀ ਸਭ ਕੁਝ ਨਹੀਂ। ਇੱਕ ਸੁਨਿਆਰ ਕਹਿੰਦੇ ਉਹ ਰਾਤ ਦੇ ਸਮੇਂ ਆਪਣੇ ਘਰ ਵਾਪਸ ਆ ਰਿਹਾ ਸੀ, ਉਹਦੇ ਕੋਲ 4 ਲੱਖ ਰੁਪਈਆ ਸੀ। 4 ਲੱਖ ਚੋਰ ਪਏ, ਡਾਕੂ ਪੈ ਗਏ, ਉਹਨੂੰ ਲੁਟੇਰੇ ਪੈ ਗਏ। ਉਹਨੇ ਪੈਸੇ ਕੱਢ ਕੇ ਦੇ ਦਿੱਤੇ। ਜਦੋਂ ਪੈਸੇ ਕੱਢ ਕੇ ਦਿੱਤੇ, ਉਹਨੂੰ ਪੁੱਛਿਆ ਗਿਆ
ਜਿਸ ਟਾਈਮ ਦੇ ਉੱਤੇ ਉਹਨੂੰ ਪੁਲਿਸ ਦੇ ਅਫਸਰ ਨੇ ਪੁੱਛਿਆ ਕਿ ਤੇਰੇ ਪਾਸ, ਤੂੰ ਕਹਿਣਾ ਕਿ ਮੇਰੇ ਕੋਲ ਰਿਵਾਲਵਰ ਆਪਣੀ ਹੈ, ਮੇਰੇ ਪਾਸ ਸੀ, ਤੂੰ ਚਾਹੁੰਦਾ ਤੇ ਆਪਣੇ ਪੈਸੇ ਜਿਹੜੇ ਉਹ ਬਚਾ ਸਕਦਾ ਸੀ। ਉਹ ਸੁਨਿਆਰ ਕਹਿਣ ਲੱਗਾ, ਅਫਸਰ ਨੂੰ ਕਹਿਣ ਲੱਗਾ ਕਿ ਇੱਕ ਪਾਸੇ ਉਹਨਾਂ ਮੇਰੀ ਧੌਣ ਤੇ ਚਾਕੂ ਰੱਖਿਆ ਸੀ, ਦੂਜੇ ਪਾਸੇ ਉਹਨਾਂ ਮੇਰੇ ਸਾਹਮਣੇ ਰਿਵਾਲਵਰ ਕੀਤੀ ਹੋਈ ਸੀ, ਉਹਨਾਂ ਦੇ ਕੋਲ ਵੀ ਸੀ। ਇਹਦਾ ਮਤਲਬ ਕਹਿੰਦਾ ਕਿ ਮੈਂ ਪੈਸੇ ਦੇ ਦਿੱਤੇ ਕਿ ਮੇਰੇ ਕੋਲ ਇੰਨੇ ਪੈਸੇ ਨੇ, ਤੁਸੀਂ ਲੈ ਜਾਓ, ਜਿੰਦ ਛੱਡ ਦਿਓ। ਇਹਦਾ ਮਤਲਬ ਪੈਸੇ ਤੋਂ ਵੀ ਜ਼ਰੂਰੀ ਕੋਈ ਹੈ ਤੇ ਉਹ ਹੈ ਜਿੰਦ, ਜਾਨ। ਪਰ ਜਿੰਦ ਸਭ ਕੁਝ ਨਹੀਂ, ਜਾਨ ਸਭ ਕੁਝ ਨਹੀਂ, ਇਹਦੇ ਤੋਂ ਵੀ ਉੱਪਰ ਹੈ ਤੇ ਉਹ ਹੈ ਸੁੱਖ। ਤੁਸੀਂ ਵੇਖਿਆ ਹੋਵੇਗਾ ਕਈਆਂ ਕੋ ਪੈਸਾ ਹੈ, ਜਾਨ ਹੈ, ਪਰ ਉਹ ਸੁੱਖ ਦੀ ਨੀਂਦ ਨਹੀਂ ਸੌਂਦੇ, ਆਰਾਮ ਦੀ ਨੀਂਦ ਨਹੀਂ ਸੌਂਦੇ। ਕਈ ਪੈਸਾ ਕਮਾ ਲੈਂਦੇ ਨੇ, ਜਿੰਦ ਜਿਹੜੀ ਹੈ ਤਾਂ ਵੀ ਉਹਨਾਂ ਦੀ ਟੈਨਸ਼ਨ ਦੇ ਵਿੱਚ ਹੈ, ਜਾਨ ਜਿਹੜੀ ਹੈ ਉਹਨਾਂ ਦੀ ਵੀ ਟੈਨਸ਼ਨ ਦੇ ਵਿੱਚ ਹੈ। ਇਹਦਾ ਮਤਲਬ ਪੈਸੇ ਤੋਂ ਉੱਪਰ ਜਿੰਦ ਹੈ, ਜਿੰਦ ਤੋਂ ਉੱਪਰ ਵੀ ਇੱਕ ਚੀਜ਼ ਹੈ, ਉਹ ਹੈ ਸੁੱਖ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਭਾਈ ਜੋ ਪ੍ਰਮਾਤਮਾ ਦਾ ਨਾਮ ਨਹੀਂ ਚੇਤੇ ਕਰਦੇ, ਗੁਰ ਜੋ ਨਾ ਚੇਤਹਿ ਆਪਨੋ, ਜੋ ਆਪਣੇ ਗੁਰੂ ਨੂੰ ਨਹੀਂ ਚੇਤਦੇ, ਆਪਣੇ ਗੁਰੂ ਨੂੰ ਚੇਤੇ ਨਹੀਂ ਕਰਦੇ, ਅਧ ਮਾਂਝ ਲੀਜਹਿਗੇ ਲੂਟ। ਕਹਿੰਦੇ ਜ਼ਿੰਦਗੀ ਦੇ ਇਸ ਰਸਤੇ ਦੇ ਵਿੱਚ, ਇਸ ਪੜਾਅ ਦੇ ਵਿੱਚ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਉਹ ਲੁੱਟੇ ਜਾਣਗੇ। ਮੰਜ਼ਿਲ ਕੀ ਹੈ? ਸੱਚਖੰਡ ਪਰਮਾਤਮਾ ਦੇ ਸ਼ਬਦ ਦੇ ਵਿੱਚ ਅਭੇਦ ਹੋ ਜਾਣਾ। ਕਹਿੰਦੇ ਕਿ ਉਹ ਪਰਮਾਤਮਾ ਦੇ ਦਰ ਦੇ ਉੱਤੇ ਕਬੂਲੇ ਜਾਣ ਤੋਂ ਪਹਿਲਾਂ ਉਹ ਲੁੱਟੇ ਜਾਣਗੇ। ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਵਿਕਾਰਾਂ ਨੂੰ ਮਾਰਿਆ ਨਹੀਂ, ਇਹ ਵਿਕਾਰਾਂ ਨੇ ਉਹਨਾਂ ਨੂੰ ਲੁੱਟ ਲੈਣਾ ਹੈ। ਕਬੀਰ ਕੁਕਰ ਰਾਮ ਕੋ मोतिया मेरो नाओ, गले हमारे जेवरे, जह खिंचै तह जाओ। बाबा कबीर साहब जी कहते, कबीर कुकर राम को, असी परमात्मा दे अकाल पुरख दे कुकर हाँ। कुकर तो भाव के कुत्ते हाँ, असी वफादार हाँ। ਉਹਦੇ ਦਰ ਦੀ ਸਿਫਤ ਸਲਾਹ ਕਰਦੇ ਆ, ਉਹਦੇ ਦਰ ਨੂੰ ਛੱਡ ਕੇ ਕਿਤੇ ਹੋਰ ਥਾਂ ਨਹੀਂ ਜਾਂਦੇ। ਤੁਸੀਂ ਵੇਖਿਆ ਹੋਵੇਗਾ ਕੁੱਕਰ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਏ। ਘਰ ਦੇ ਵਿੱਚ ਕੋਈ ਆ ਜਾਵੇ, ਸਭ ਤੋਂ ਪਹਿਲਾਂ ਉਹ ਆਵਾਜ਼ ਲਗਾਏਗਾ, ਭੌਂਕੇਗਾ, ਸੁਚੇਤ ਕਰੇਗਾ ਕਿ ਬਾਹਰਲੇ ਬੂਹੇ ਤੇ ਕੋਈ ਆਇਆ ਏ। ਘਰ ਦੇ ਵਿੱਚ ਮਾਲਕ ਨੂੰ ਪਤਾ ਲੱਗ ਜਾਵੇਗਾ। ਕਹਿੰਦੇ ਜਦੋਂ ਇੰਨਾ ਸਿਆਣਾ ਕੁੱਕਰ ਭਾਵ ਉਹ ਭੌਂਕਦਾ ਏ ਤੇ ਉਹਦੇ ਮਾਲਕ ਨੂੰ ਪਤਾ ਲੱਗਦਾ ਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੁੱਕਰ ਰਾਮ ਕੋ, ਅਸੀਂ ਪ੍ਰਮਾਤਮਾ ਦੇ ਕੁੱਕਰ ਹਾਂ, ਪ੍ਰਮਾਤਮਾ ਦਾ ਹੋਕਾ ਦਿੰਦੇ ਫਿਰਦੇ ਹਾਂ, ਪ੍ਰਮਾਤਮਾ ਦੇ ਦਰ ਦੀ ਸਿਫਤ ਸਲਾਹ ਕਰਦੇ ਹਾਂ। ਮੁਤੀਆ ਮੇਰੋ ਨਾਉ, ਮੇਰਾ ਨਾਮ ਲੋਕਾਂ ਨੇ ਭਾਵ ਸਾਰੇ ਸੰਸਾਰ ਦੇ ਵਿੱਚ ਮੋਤੀ ਜਿਹੜਾ ਉਹ ਪ੍ਰਸਿੱਧ ਹੈ। ਕਹਿੰਦੇ ਇਹ ਸਾਡਾ ਨਾਂ ਹੈ। ਗਲੇ ਹਮਾਰੇ ਜੀਵਰੀ, ਜਿਵੇਂ ਇੱਕ ਕੁੱਕਰ ਦੇ ਗਲ ਦੇ ਵਿੱਚ ਮਾਲਕ ਨੇ ਇੱਕ ਰੱਸੀ ਪਾਈ ਹੈ, ਕਹਿੰਦੇ ਇਸੇ ਤਰ੍ਹਾਂ ਗਲੇ ਹਮਾਰੇ ਜੀਵਰੀ, ਸਾਡੇ ਗਲ ਦੇ ਵਿੱਚ ਵੀ ਇੱਕ ਹੁਕਮ ਦੀ, ਉਸ ਪਰਮਾਤਮਾ ਦੇ ਹੁਕਮ ਦੀ ਕਹਿੰਦੇ ਰੱਸੀ ਹੈ ਕਿ ਪਰਮਾਤਮਾ ਜਿੱਧਰ ਨੂੰ ਚਾਹੇ ਉਧਰ ਨੂੰ ਖੜ ਸਕਦਾ ਹੈ। ਗਲੇ ਹਮਾਰੇ ਜੀਵਰੀ, ਜੈ ਖਿੰਚੈ ਤੈ ਜਾਓ। ਅਸੀਂ ਹੁਕਮ ਦੇ ਬੱਝੇ ਹਾਂ, ਜਿੱਧਰ ਨੂੰ ਪਰਮਾਤਮਾ ਸਾਨੂੰ ਤੋਰਦਾ ਅਸੀਂ ਉਧਰ ਨੂੰ ਤੁਰਨ ਨੂੰ ਤਿਆਰ ਹੋ ਜਾਂਦੇ ਹਾਂ। ਸਾਡੀ ਆਪਣੀ ਮਤ ਕੋਈ ਨਹੀਂ, ਆਪਣੀ ਅਸੀਂ ਚਤਰਾਈ ਨਾ ਨਹੀਂ ਕਰਦੇ, ਹਉਮੈ ਨਾ ਨਹੀਂ ਕਰਦੇ। ਅਸੀਂ ਤੇ ਇਹ ਕਹਿੰਦੇ ਹਾਂ ਕਿ ਪਰਮਾਤਮਾ ਜੋ ਤੈਨੂੰ ਮਨਜ਼ੂਰ ਹੈ ਅਸੀਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਬਾਬਾ ਕਬੀਰ ਸਾਹਿਬ ਜੀਆਂ ਦੇ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਆਪਣੇ ਹਿਰਦਿਆਂ 'ਚ ਵਸਾਉਣ ਦਾ ਯਤਨ ਕਰੀਏ, ਕਿਉਂਕਿ ਬਾਬਾ ਕਬੀਰ ਸਾਹਿਬ ਜੀਆਂ ਨੇ ਇਹ ਪਾਵਨ ਬਚਨ
ਜੋ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਉਣਾ ਕੀਤੇ ਨੇ, ਇਹਨਾਂ ਦੀ ਵਿਚਾਰਧਾਰਾ ਦੇ ਨਾਲ ਜੁੜਨ ਦਾ ਯਤਨ ਕਰੀਏ ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।